Hello, friends. I hope you're doing well. I'm Mohit Dhingra. Welcome to CBC. ਸਟੂਡੈਂਟਸ ਆਪਾਂ ਡਿਸਕਸ ਕਰ ਰਹੇ ਸੀ ਰੋਜ਼ ਦੀ ਤਰ੍ਹਾਂ ਪੰਜਾਬ ਪਟਵਾਰੀ ਦੀ ਬਹੁਤ ਹੀ ਸਪੈਸ਼ਲ ਸੀਰੀਜ਼ ਨੂੰ। ਤਾਂ ਇਸ ਤੋਂ ਪਹਿਲਾਂ ਆਪਾਂ ਪਾਰਟ 15 ਤੱਕ ਡਿਸਕਸ ਕਰ ਚੁੱਕੇ ਸੀ, ਜਿਹਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਹਿਸਟਰੀ, ਪੋਲਿਟੀ, ਜੀਓਗ੍ਰਾਫੀ, ਸਾਇੰਸ, ਕਰੰਟ ਅਫੇਅਰਸ, ਕੰਪਿਊਟਰਸ, ਐਨੀਥਿੰਗ ਜੋ ਵੀ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ, ਯਾਨੀ ਕਿ ਜੋ ਵੀ ਚੀਜ਼ਾਂ ਆਪਣੀਆਂ ਸਟੈਟਿਕ ਜੀਕੇ ਲਈ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇਸ ਸੀਰੀਜ਼ ਸਪੈਸ਼ਲ ਸੀਰੀਜ਼ ਦੇ ਵਿੱਚ ਪੰਜਾਬ ਪਟਵਾਰੀ ਦੀ ਡਿਸਕਸ ਕਰ ਰਹੇ ਸੀ, ਹੈ ਨਾ। ਤਾਂ ਅੱਜ ਮੈਂ ਤੁਹਾਡੇ ਨਾਲ ਪੇਸ਼ ਕਰ ਰਿਹਾ ਦਾ ਪਾਰਟ 16 ਅਤੇ ਅੱਜ ਆਪਣੀ ਤਰੀਕ ਹੈ ਜੀ 4 ਜੁਲਾਈ। ਤਾਂ ਸਟਾਰਟ ਕਰਦੇ ਹਾਂ ਅੱਜ ਦੀ ਆਪਣੀ ਸੀਰੀਜ਼ ਨੂੰ। ਇਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ 4 ਜੁਲਾਈ ਨੂੰ ਕੀ ਹੁੰਦਾ। ਤਾਂ 4 ਜੁਲਾਈ ਨੂੰ ਕੀ ਸੈਲੀਬ੍ਰੇਟ ਕੀਤਾ ਜਾਂਦਾ ਹੈ? ਇਸ ਦਿਨ ਆਪਾਂ ਸੈਲੀਬ੍ਰੇਟ ਕਰਦੇ ਹਾਂ ਇੰਡੀਪੈਂਡੈਂਸ ਡੇ। ਇੰਡੀਪੈਂਡੈਂਸ ਡੇ ਕਿੱਦਾਂ ਹੁੰਦਾ ਇਸ ਦਿਨ? USA ਦਾ, ਜਿਹੜੀ ਕੰਟਰੀ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ। ਤਾਂ 4 ਜੁਲਾਈ ਨੂੰ USA ਦਾ ਇੰਡੀਪੈਂਡੈਂਸ ਡੇ ਹੁੰਦਾ ਹੈ, ਠੀਕ ਹੈ ਜੀ। ਇਹ ਵੀ ਥੋੜ੍ਹਾ ਆਪਾਂ ਧਿਆਨ 'ਚ ਰੱਖ ਲੈਣਾ। ਅਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਾਫੀ ਪਾਵਰਫੁਲ ਕੰਟਰੀ ਹੈ, ਜੋ ਕਿ ਆਜ਼ਾਦ ਹੋਈ ਸੀ ਬ੍ਰਿਟੇਨ ਤੋਂ, UK ਤੋਂ, ਅੰਗਰੇਜ਼ਾਂ ਤੋਂ। ਜਿਵੇਂ ਆਪਣਾ ਇੰਡੀਆ ਵੀ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਸੀ, ਉਸੇ ਤਰੀਕੇ ਨਾਲ USA ਵੀ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਸੀ। ਤਾਂ ਅੱਜ ਦੀ ਕੁਝ ਆਪਣੀ ਸੀਰੀਜ਼ ਵੀ ਖਾਸ ਹੈ, ਇਸੇ ਤਰੀਕੇ ਇਸੇ ਚੀਜ਼ 'ਤੇ ਜ਼ਿਆਦਾ ਫੋਕਸ ਕਰਾਂਗੇ। ਅੱਜ ਆਪਾਂ ਹੈੱਡਕੁਆਟਰਸ ਵਗੈਰਾ 'ਤੇ ਜ਼ਿਆਦਾ ਕੁਐਸਚਨਸ ਤੁਹਾਨੂੰ ਦੇਖਣ ਨੂੰ ਮਿਲਣਗੇ, ਅਤੇ ਤੁਸੀਂ ਅੱਜ ਦੀ ਸੀਰੀਜ਼ 'ਚੋਂ ਜ਼ਿਆਦਾ ਹੈੱਡਕੁਆਟਰਸ ਨੂੰ ਯਾਦ ਕਰ ਪਾਓਗੇ। ਬਾਕੀ ਜੋ ਵੀ ਚੀਜ਼ਾਂ ਮੈਂ ਤੁਹਾਨੂੰ ਦੱਸੂੰਗਾ ਉਹ ਸਾਰੀਆਂ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਰੈਲੇਵੈਂਟ ਅਤੇ ਕਾਫੀ ਜ਼ਿਆਦਾ ਇੰਪੋਰਟੈਂਟ ਹੋਣਗੀਆਂ। ਤਾਂ ਸਟਾਰਟ ਕਰਦੇ ਹਾਂ ਜੀ ਫਿਰ ਫਸਟ ਕੁਐਸਚਨ ਤੋਂ। ਫਸਟ ਕੁਐਸਚਨ ਡੇ ਤੋਂ ਹੈ ਜੀ ਇੰਟਰਨੈਸ਼ਨਲ ਡੇ ਆਫ ਬਾਇਓਡਾਇਵਰਸਿਟੀ। ਇੰਟਰਨੈਸ਼ਨਲ ਡੇ ਆਫ ਬਾਇਓਡਾਇਵਰਸਿਟੀ, ਹੈ ਨਾ। ਇਸ ਡੇ ਨੂੰ ਦੇਖੋ ਆਪਾਂ ਪਿਛਲੀ ਸੀਰੀਜ਼ ਦੇ ਵਿੱਚ ਵੀ ਯਾਦ ਕੀਤਾ ਸੀ। ਇਹ ਯਾਦ ਕਿਵੇਂ ਕਰਨਾ? ਦੇਖੋ ਮੈਂ ਤੁਹਾਨੂੰ ਇੱਕ ਟ੍ਰਿਕ ਦੱਸੀ ਸੀ ਕਾਫੀ ਇੰਪੋਰਟੈਂਟ। ਆਪਾਂ ਸਭ ਤੋਂ ਪਹਿਲਾਂ ਪੰਜਾਬ ਦਾ ਫੇਮਸ ਨੰਬਰ ਲਿਖ ਲੈਣਾ 22, ਹੈ ਨਾ। ਉਸ ਤੋਂ ਬਾਅਦ ਆਪਾਂ ਕੀ ਲਿਖ ਲੈਣਾ? ਮੈਮ ਲਿਖ ਲੈਣਾ, ਐਂਡ ਮੈਮ ਤੋਂ ਬਾਅਦ ਆਪਾਂ ਇੰਗਲਿਸ਼ ਦਾ ਵਰਡ ਲਿਖਣਾ ਵੈਬ, ਹੈ ਨਾ। ਤਾਂ 22 ਤਰੀਕ ਯਾਦ ਰੱਖਣੀ ਹੈ 22। ਐਮ ਤੋਂ ਜਿਹੜਾ ਪਹਿਲਾ ਮੰਥ ਆਉਂਦਾ ਉਹ ਕਿਹੜਾ ਆਉਂਦਾ? ਮਾਰਚ। ਦੈਨ ਉਸ ਤੋਂ ਬਾਅਦ ਅਪ੍ਰੈਲ, ਦੈਨ ਉਸ ਤੋਂ ਬਾਅਦ ਮਈ। ਅਤੇ ਡਬਲਿਊ ਤੋਂ ਆਪਾਂ ਯਾਦ ਕੀਤਾ ਸੀ ਵਾਟਰ ਡੇ। ਈ ਤੋਂ ਆਪਾਂ ਯਾਦ ਕੀਤਾ ਜੀ ਅਰਥ ਡੇ, ਐਂਡ ਬੀ ਤੋਂ ਆਪਾਂ ਯਾਦ ਕੀਤਾ ਬਾਇਓਡਾਇਵਰਸਿਟੀ ਡੇ। ਦੇਖੋ ਇਸ ਤਰੀਕੇ ਨਾਲ ਆਪਾਂ ਨੂੰ ਇਹ ਡੇ ਯਾਦ ਹੋ ਜਾਊਗਾ। ਤਾਂ ਜਦੋਂ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਤੁਹਾਨੂੰ ਕੋਈ ਡੇ ਯਾਦ ਆਉਂਦਾ ਹੈ ਅਤੇ ਕਾਫੀ ਜ਼ਿਆਦਾ ਕਨਫਿਊਜ਼ਨ ਅਤੇ ਉਲਝਣ ਵਾਲੇ ਡੇਜ਼ ਹੁੰਦੇ ਆ, ਹੈ ਨਾ, ਅਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਵੀ ਨੇ। ਤਾਂ ਇਹਨਾਂ ਨੂੰ ਇਹ ਡੇਜ਼ ਨੂੰ ਤਾਂ ਦੇਖੋ ਆਪਾਂ ਇੱਦਾਂ ਹੀ ਯਾਦ ਕਰਨਾ ਹੈ, ਕਾਫੀ ਇੰਪੋਰਟੈਂਟ ਹੈ। ਤਾਂ 22 ਮਈ ਨੂੰ ਮਨਾਇਆ ਜਾਂਦਾ ਹੈ। ਫਸਟ ਆਪਸ਼ਨ ਇਹਦਾ ਕਰੈਕਟ ਆਨਸਰ ਹੈ ਇੰਟਰਨੈਸ਼ਨਲ ਡੇ ਆਫ ਬਾਇਓਡਾਇਵਰਸਿਟੀ। ਬਾਇਓਡਾਇਵਰਸਿਟੀ ਦਾ ਮਤਲਬ ਹੁੰਦਾ ਜੈਵਿਕ ਵਿਵਿਧਤਾ, ਯਾਨੀ ਕਿ ਬਹੁਤ ਸਾਰੇ ਜੀਵ ਜੰਤੂ, ਉਹਨਾਂ ਦੀ ਬਹੁਤ ਸਾਰੀ ਵਿਵਿਧਤਾ, ਡਾਇਵਰਸਿਟੀ ਹੈ ਨਾ, ਪਾਈ ਜਾਂਦੀ। ਉਹਨਾਂ ਦੀ ਬਹੁਤ ਸਾਰੀਆਂ ਕਿਸਮਾਂ ਪਾਈਆਂ ਜਾਂਦੀਆਂ। ਤਾਂ ਉਸ ਡੇ ਨੂੰ ਸੈਲੀਬ੍ਰੇਟ ਕੀਤਾ ਜਾਂਦਾ 22 ਮਈ ਨੂੰ। ਬਾਕੀ ਆਪਸ਼ਨਸ ਵੀ ਡਿਸਕਸ ਕਰ ਲੈਂਦੇ ਜੀ। ਤਾਂ ਜਿਵੇਂ ਕਿ ਸੀ ਆਪਸ਼ਨ ਹੈ 5 ਮਈ। 5 ਮਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਵਰਲਡ ਅਸਥਮਾ ਡੇ। ਅਸਥਮਾ ਜਿਹੜੀ ਬਿਮਾਰੀ ਹੈ ਉਹਨੂੰ ਰੋਕਣ ਲਈ ਇਹ ਡੇ ਮਨਾਇਆ ਜਾਂਦਾ ਹੈ, ਵਰਲਡ ਅਸਥਮਾ ਡੇ। ਇਹ ਵੈਸੇ ਫਸਟ ਟਿਊਜ਼ਡੇ ਆਫ ਮਈ ਨੂੰ ਮਨਾਇਆ ਜਾਂਦਾ। ਤਾਂ ਇਸ ਸਾਲ ਇਹ ਮਨਾਇਆ ਗਿਆ ਸੀ 5 ਮਈ ਨੂੰ। ਵੈਸੇ ਕਦੋਂ ਮਨਾਇਆ ਜਾਂਦਾ? ਫਸਟ ਟਿਊਜ਼ਡੇ ਆਫ ਮਈ ਦੇ ਜਿਹੜਾ ਪਹਿਲਾ ਟਿਊਜ਼ਡੇ ਆਉਂਦਾ। ਤਾਂ ਮਈ ਮੰਥ ਦਾ ਜਿਹੜਾ ਪਹਿਲਾ ਟਿਊਜ਼ਡੇ ਹੋਊਗਾ ਉਸ ਨੂੰ ਮਨਾਇਆ ਜਾਂਦਾ ਵਰਲਡ ਅਸਥਮਾ ਡੇ। ਅਤੇ 2020 'ਚ ਕਦੋਂ ਮਨਾਇਆ ਗਿਆ ਸੀ? 5 ਮਈ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਅਗਲੀ ਆਪਸ਼ਨ ਨੂੰ ਡਿਸਕਸ ਕਰਦੇ ਹਾਂ 10 ਮਈ। 10 ਮਈ ਨੂੰ ਮਨਾਇਆ ਜਾਂਦਾ ਮਦਰਸ ਡੇ, ਯਾਨੀ ਕਿ 2020 'ਚ ਆਪਾਂ 10 ਮਈ ਨੂੰ ਕੀ ਸੈਲੀਬ੍ਰੇਟ ਕੀਤਾ ਸੀ? ਮਦਰਸ ਡੇ ਸੈਲੀਬ੍ਰੇਟ ਕੀਤਾ ਸੀ। ਅਤੇ ਵੈਸੇ ਮਦਰਸ ਡੇ ਕਦੋਂ ਮਨਾਇਆ ਜਾਂਦਾ ਹੈ? ਸੈਕਿੰਡ ਸੰਡੇ ਆਫ ਮਈ। ਜਿਹੜਾ ਮਈ ਦਾ ਮਹੀਨਾ ਉਹਦੇ ਸੈਕਿੰਡ ਸੰਡੇ ਨੂੰ ਮਨਾਇਆ ਜਾਂਦਾ ਮਦਰਸ ਡੇ, ਅਤੇ ਇਸ ਸਾਲ ਮਨਾਇਆ ਗਿਆ ਸੀ 10 ਮਈ। ਠੀਕ ਹੈ। ਬਾਕੀ ਆਪਾਂ 11 ਮਈ ਨੂੰ ਵੀ ਯਾਦ ਰੱਖਣਾ ਵੀ 11 ਮਈ ਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ ਨੈਸ਼ਨਲ ਟੈਕਨੋਲੋਜੀ ਡੇ, ਵੈਰੀ ਇੰਪੋਰਟੈਂਟ, ਨੈਸ਼ਨਲ ਟੈਕਨੋਲੋਜੀ ਡੇ। ਠੀਕ ਹੈ। ਨਾਲ ਦੇ ਨਾਲ ਤੁਸੀਂ ਇਹ ਚੀਜ਼ਾਂ ਨੋਟ ਕਰ ਲੈਣੀ, ਆਪਣੀ ਕਾਪੀ ਪੈਨ, ਆਪਣੇ ਹਥਿਆਰ ਜ਼ਰੂਰ ਆਪਣੇ ਨਾਲ ਲੈ ਕੇ ਬਹਿਣਾ, ਹੈ ਨਾ। ਇਹ ਨਹੀਂ ਕਹਿਣਾ ਵੀ ਹੱਥੋਂ ਸਾਡੇ ਹਥਿਆਰ ਗਏ, ਹੱਥੋਂ ਹਥਿਆਰ ਨਹੀਂ ਜਾਣੇ ਚਾਹੀਦੇ। ਅਤੇ 11 ਮਈ ਨੂੰ ਨੈਸ਼ਨਲ ਟੈਕਨੋਲੋਜੀ ਡੇ। ਅਤੇ ਵੈਰੀ ਇੰਪੋਰਟੈਂਟ 31 ਮਈ ਨੂੰ ਮਨਾਇਆ ਜਾਂਦਾ ਵਰਲਡ ਐਂਟੀ ਟਬੈਕੋ ਡੇ ਜਾਂ ਨੋ ਟਬੈਕੋ ਡੇ। ਤੰਬਾਕੂ ਦੀ ਰੋਕਥਾਮ ਲਈ ਇਹ ਡੇ ਮਨਾਇਆ ਜਾਂਦਾ। ਵੈਸੇ ਇੰਡੀਆ 'ਚ ਤੰਬਾਕੂ ਦੀ ਫਸਲ ਲੈ ਕੇ ਆਏ ਸੀ ਪੁਰਤਗਾਲੀ। ਜਦੋਂ ਪੁਰਤਗਾਲੀ ਇੰਡੀਆ 'ਚ ਆਏ ਸੀ ਉਹ ਤੰਬਾਕੂ ਦੀ ਫਸਲ ਲੈ ਕੇ ਆਏ ਸੀ, ਅਤੇ ਤੰਬਾਕੂ ਨੂੰ ਕਾਫੀ ਜ਼ਿਆਦਾ ਇੰਡੀਅਨਸ ਨੇ ਪਿਆਰ ਦਿੱਤਾ, ਅਤੇ ਹੁਣ ਉਹਦੀ ਰੋਕਥਾਮ ਲਈ ਇਹ ਡੇ ਮਨਾਇਆ ਜਾਂਦਾ 31 ਮਈ ਨੂੰ, ਐਂਟੀ ਟਬੈਕੋ ਡੇ, ਵੈਰੀ ਇੰਪੋਰਟੈਂਟ। ਚੱਲਦੇ ਜੀ ਆਪਣੇ ਸੈਕਿੰਡ ਕੁਐਸਚਨ 'ਤੇ। ਵਿਚ ਡੇਜ਼ ਓਬਜ਼ਰਵਡ ਔਨ ਇੰਡੀਆ ਔਨ 23 ਦਸੰਬਰ। ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ। 23 ਦਸੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ? ਵੈਰੀ ਇੰਪੋਰਟੈਂਟ। ਅਤੇ ਇਹਦਾ ਸੈਕਿੰਡ ਆਪਸ਼ਨ ਕਰੈਕਟ ਆਨਸਰ ਹੈ ਫਾਰਮਰਸ ਡੇ।
23 ਦਸੰਬਰ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਫਾਰਮਰਸ ਡੇ, ਕਿਸਾਨੀ ਦਿਵਸ ਹੈ ਨਾ, ਕਿਸਾਨ ਦਿਵਸ ਸੈਲੀਬ੍ਰੇਟ ਕੀਤਾ ਜਾਂਦਾ। ਕਿਉਂ ਕੀਤਾ ਜਾਂਦਾ? ਬਿਕੋਜ਼ ਇਸ ਦਿਨ ਬਰਥਡੇ ਹੁੰਦਾ ਹੈ। ਇਸ ਦਿਨ ਕਿਹਨਾਂ ਦਾ ਬਰਥਡੇ ਹੁੰਦਾ? ਆਪਣੇ ਜਿਹੜੇ ਇੰਡੀਆ ਦੇ 5ਵੇਂ ਪ੍ਰਾਈਮ ਮਿਨਿਸਟਰ ਸੀ ਹੈ ਨਾ, ਇਹਨਾਂ ਦਾ ਨਾਮ ਸੀ ਚੌਧਰੀ ਚਰਨ ਸਿੰਘ, ਜੋ ਕਿ ਇੱਕ ਕਿਸਾਨ ਵੀ ਸੀਗੇ, ਕਿਸਾਨ ਫਾਰਮਰ ਲੀਡਰ ਸੀਗੇ ਇੱਕ ਤਰ੍ਹਾਂ ਦੇ ਇੰਡੀਆ ਦੇ, ਚੌਧਰੀ ਚਰਨ ਸਿੰਘ। ਤਾਂ ਉਹਨਾਂ ਦਾ ਬਰਥਡੇ ਹੁੰਦਾ, ਤਾਂ ਉਹਨਾਂ ਦੀ ਅੱਜ ਮਨਾਇਆ ਜਾਂਦਾ 23 ਦਸੰਬਰ ਨੂੰ ਫਾਰਮਰਸ ਡੇ। ਵੈਰੀ ਇੰਪੋਰਟੈਂਟ ਹੈ ਨਾ, ਜੈ ਜਵਾਨ ਜੈ ਕਿਸਾਨ। ਤਾਂ ਕਿਸਾਨੀ ਬਹੁਤ ਹੀ ਕਾਫੀ ਇੰਪੋਰਟੈਂਟ ਅਤੇ ਕਾਫੀ ਹੈ ਨਾ, ਫਾਰਮਰਸ ਡੇ ਕਾਫੀ ਇੰਪੋਰਟੈਂਟ ਡੇ ਹੈ ਇੰਡੀਆ ਲਈ। ਉਸ ਤੋਂ ਬਾਅਦ ਆਪਾਂ ਯਾਦ ਰੱਖਣਾ ਫਸਟ ਆਪਸ਼ਨ ਨੇਵੀ ਡੇ, ਵੈਰੀ ਇੰਪੋਰਟੈਂਟ। ਨੇਵੀ ਡੇ ਮਨਾਇਆ ਜਾਂਦਾ 4 ਦਸੰਬਰ, 4 ਦਸੰਬਰ ਨੂੰ, ਵੈਰੀ ਇੰਪੋਰਟੈਂਟ ਨੇਵੀ ਡੇ 4 ਦਸੰਬਰ। ਦੇਖੋ ਇਹਨੂੰ ਆਪਾਂ ਕਿਵੇਂ ਯਾਦ ਰੱਖ ਸਕਦੇ ਹਾਂ, ਮੈਂ ਥੋੜ੍ਹੀ ਹਲਕੀ ਜੀ ਤੁਹਾਨੂੰ ਟ੍ਰਿਕ ਦੱਸਣ ਦੀ ਕੋਸ਼ਿਸ਼ ਕਰਦਾ। ਤਾਂ ਦੇਖੋ 4 ਨੂੰ ਆਪਾਂ ਰੋਮਨ ਦੇ ਵਿੱਚ ਇੱਦਾਂ ਵੀ ਲਿਖਦੇ ਹਾਂ ਨਾ, ਇੱਦਾਂ ਵੀ ਲਿਖ ਦਿੰਦੇ ਹਾਂ। ਜੇ ਆਪਾਂ ਇਹਦੀਆਂ ਲਾਈਨਸ ਹਟਾ ਦਈਏ, ਦੇਖੋ ਇੱਦਾਂ ਲਿਖਦੇ ਨਾ 4 ਨੂੰ, ਜੇ ਆਪਾਂ ਇਹਦੀ ਲਾਈਨਸ ਹਟਾ ਦਈਏ ਉੱਪਰਲੀ ਅਤੇ ਨਿਚਲੀ, ਤਾਂ ਕੀ ਬਣ ਜੂਗਾ? ਇੱਦਾਂ ਐਨ ਬਣ ਜੂਗਾ। ਤਾਂ ਐਨ ਤੋਂ ਯਾਦ ਰੱਖਣਾ ਨੇਵੀ, ਠੀਕ ਹੈ। ਹੁਣ ਨੇਵੀ ਦੇ ਵਿੱਚ ਕੀ ਹੁੰਦੀ ਹੈ? ਆਪਣੇ ਕੋਲ ਸ਼ਿਪਸ ਵਗੈਰਾ ਹੁੰਦੀਆਂ, ਸਬਮਰੀਨਸ ਹੁੰਦੀਆਂ ਹੈ ਨਾ, ਯਾਨੀ ਕਿ ਹੁਣ ਸ਼ਿਪਸ ਨੂੰ ਅਤੇ ਸਬਮਰੀਨਸ ਨੂੰ ਚਲਾਉਣ ਲਈ ਕੀ ਦੇਣੀ ਪੈਂਦੀ ਹੈ? ਦਿਸ਼ਾ ਦੇਣੀ ਪੈਂਦੀ ਹੈ, ਡਾਇਰੈਕਸ਼ਨ ਦੇਣੀ ਪੈਂਦੀ ਹੈ ਨਾ, ਇਹਨਾਂ ਦਾ ਹੈਂਡਲ ਵਗੈਰਾ ਹੁੰਦੇ ਆ, ਡਾਇਰੈਕਸ਼ਨ ਦੇਣੀ ਪੈਂਦੀ ਹੈ। ਤਾਂ ਦਿਸ਼ਾ ਤੋਂ ਆਪਾਂ ਮੰਥ ਯਾਦ ਰੱਖਣਾ ਹੈ, ਮੰਥ ਕਿਹੜਾ ਯਾਦ ਰੱਖਣਾ ਹੈ? ਦਸੰਬਰ। ਦਸੰਬਰ ਨੂੰ ਆਪਾਂ ਬੋਲਾਂਗੇ ਦਸੰਬਰ। ਤਾਂ 4 ਦਸੰਬਰ ਨੂੰ ਮਨਾਇਆ ਜਾਂਦਾ ਹੈ ਨੇਵੀ ਡੇ। ਉਸ ਤੋਂ ਬਾਅਦ ਡਾਕਟਰਸ ਡੇ ਵੀ ਕਾਫੀ ਇੰਪੋਰਟੈਂਟ ਹੈ। ਇਹ ਮਨਾਇਆ ਜਾਂਦਾ ਜੀ 1 ਜੁਲਾਈ ਨੂੰ, 1 ਜੁਲਾਈ ਨੇ ਹੁਣੀ ਆਪਾਂ ਅੱਜ 4 ਜੁਲਾਈ, ਆਪਾਂ 1 ਜੁਲਾਈ ਨੂੰ ਸੈਲੀਬ੍ਰੇਟ ਕੀਤਾ ਸੀ ਡਾਕਟਰਸ ਡੇ। ਤਾਂ ਅੱਜ ਕਾਫੀ ਦੇਖੋ ਹਰ ਦਿਨ ਹੀ ਅੱਜ ਤਾਂ ਡਾਕਟਰਸ ਡੇ ਹੈ, ਬਿਕੋਜ਼ ਕਰੋਨਾ ਵਾਇਰਸ ਇੰਨਾ ਫੈਲ ਚੁੱਕਿਆ ਵੀ ਜਿਹਦੇ ਵਿੱਚ ਡਾਕਟਰਸ ਦੀ ਕਾਫੀ ਜ਼ਿਆਦਾ ਅਹਿਮੀਅਤ ਹੈ ਅਤੇ ਰੱਬ ਦਾ ਰੂਪ ਮੰਨੇ ਗਏ ਨੇ ਡਾਕਟਰਸ ਹੈ ਨਾ। ਤਾਂ ਅੱਜ ਤਾਂ ਆਪਾਂ ਪਿਛਲੇ 3-4 ਮਹੀਨਿਆਂ ਤੋਂ ਹਰ ਦਿਨ ਨੂੰ ਹੀ ਡਾਕਟਰਸ ਡੇ ਸੈਲੀਬ੍ਰੇਟ ਕਰ ਰਹੇ ਹਾਂ। ਵੈਸੇ ਇਹ ਦਿਨ ਮਨਾਇਆ ਜਾਂਦਾ 1 ਜੁਲਾਈ ਨੂੰ। ਹੁਣ ਦੇਖੋ ਜਦੋਂ ਡਾਕਟਰ ਦੀ ਲੋੜ ਹੁੰਦੀ ਹੈ ਤਾਂ ਆਪਾਂ ਕੀ ਕਹਿੰਦੇ ਹਾਂ? ਜਲਦੀ ਸੇ ਇੱਕ ਡਾਕਟਰ ਕੋ ਬੁਲਾਓ। ਤਾਂ ਜਲ ਮਤਲਬ ਜੁਲਾਈ, ਏਕ ਮਤਲਬ 1 ਜੁਲਾਈ। 1 ਜੁਲਾਈ ਨੂੰ ਕੀ ਹੁੰਦਾ? ਡਾਕਟਰਸ ਡੇ। ਉਸ ਤੋਂ ਬਾਅਦ ਹੈ ਜੀ 29 ਅਗਸਤ। 29 ਅਗਸਤ ਨੂੰ ਮਨਾਇਆ ਜਾਂਦਾ ਸਪੋਰਟਸ ਡੇ, ਵੈਰੀ ਇੰਪੋਰਟੈਂਟ। 29 ਅਗਸਤ ਨੂੰ ਸਪੋਰਟਸ ਡੇ ਮਨਾਇਆ ਜਾਂਦਾ। ਇਹਨੂੰ ਕਿਵੇਂ ਯਾਦ ਰੱਖਣਾ? ਦੇਖੋ 29 ਆਪਾਂ ਕਹਿੰਦੇ ਹਾਂ ਖੇਲ ਕੂਦ, ਸਪੋਰਟਸ ਮਤਲਬ ਕੀ ਹੁੰਦਾ? ਖੇਲ ਕੂਦ। ਹੁਣ ਜਦੋਂ ਆਪਾਂ ਖੇਲ ਕੂਦ ਲਿਖਦੇ ਹਾਂ ਦੇਖੋ 29 ਬਣ ਜਾਂਦਾ। 29 ਤੁਸੀਂ ਇਹਦੇ ਵਿੱਚੋਂ ਦੇਖਣਾ ਖੇਲ ਦੇ ਵਿੱਚ 29। ਔਰ ਖੇਲ ਕੂਦ में हमेशा आगे रहना चाहिए, तो आगे तो याद ਰੱਖਣਾ ਆਪਾਂ ਅਗਸਤ। 29 ਅਗਸਤ ਨੂੰ ਮਨਾਇਆ ਜਾਂਦਾ ਸਪੋਰਟਸ ਡੇ। ਅਤੇ ਇਸ ਦਿਨ ਬਰਥਡੇ ਹੁੰਦਾ ਜੀ ਮੇਜਰ ਧਿਆਨ ਚੰਦ। ਕਿਹਨਾਂ ਦਾ ਬਰਥਡੇ ਹੁੰਦਾ? ਮੇਜਰ ਧਿਆਨ ਚੰਦ। ਅਤੇ ਮੇਜਰ ਧਿਆਨ ਚੰਦ ਜਿਨ੍ਹਾਂ ਨੂੰ ਹੋਰ ਕੀ ਬੋਲਿਆ ਜਾਂਦਾ ਹੈ? ਹਾਕੀ ਕਾ ਜਾਦੂਗਰ, ਹਾਕੀ ਕਾ ਜਾਦੂਗਰ ਜਾਂ ਵਿਜ਼ਰਡ ਆਫ ਹਾਕੀ ਬੋਲਿਆ ਜਾਂਦਾ ਮੇਜਰ ਧਿਆਨ ਚੰਦ। ਉਸ ਦਿਨ ਇਹਨਾਂ ਦਾ ਬਰਥਡੇ ਹੁੰਦਾ, ਤਾਂ ਇਹ ਡੇ ਸੈਲੀਬ੍ਰੇਟ ਕੀਤਾ ਜਾਂਦਾ। ਚਲੋ ਜੀ ਚੱਲਦੇ ਜੀ ਆਪਣੇ ਥਰਡ ਕੁਐਸਚਨ 'ਤੇ। ਦੈਨ ਵਿਚ ਆਫ ਦਾ ਫੋਲੋਇੰਗ ਆਰਗੇਨਾਈਜੇਸ਼ਨਸ ਇਜ਼ ਡਾਇਰੈਕਟਲੀ ਰਿਲੇਟਿਡ ਟੂ ਚਾਈਲਡ ਵੈਲਫੇਅਰ। ਬੱਚਿਆਂ ਦੇ ਵੈਲਫੇਅਰ, ਬੱਚਿਆਂ ਲਈ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਮੇਨ ਵਰਕ ਕਰਦੀ ਹੈ। ਤਾਂ ਦੇਖੋ ਜੇ ਤੁਹਾਨੂੰ ਸਾਰੀ ਆਰਗੇਨਾਈਜੇਸ਼ਨਸ ਦੀ ਫੁੱਲ ਫੋਰਮ ਯਾਦ ਹੈ ਤਾਂ ਈਜ਼ੀਲੀ ਤੁਸੀਂ ਇਹਦਾ ਆਨਸਰ ਦੱਸ ਸਕਦੇ ਹੋ। ਤਾਂ ਫਸਟ ਆਪਾਂ ਪੜ੍ਹਦੇ ਯੂਨੈਸਕੋ। ਯੂਨੈਸਕੋ ਦੀ ਫੁੱਲ ਫੋਰਮ ਕੀ ਹੈ? ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ। ਤਾਂ ਇਹਦੇ ਵਿੱਚ ਤਾਂ ਬਿਲਕੁਲ ਵੀ ਚਾਈਲਡ ਦਾ ਨਾਮ ਨਹੀਂ ਆਇਆ, ਤਾਂ ਆਪਣਾ ਗਲਤ ਹੋ ਜਾਊਗਾ। ਸੈਕਿੰਡ ਆਪਸ਼ਨ ਦੇਖਦੇ ਯੂਨੀਸੈਫ। ਯੂਨੀਸੈਫ ਦੀ ਫੁੱਲ ਫੋਰਮ ਹੈ ਯੂਨਾਈਟਿਡ ਨੇਸ਼ਨਸ ਇੰਟਰਨੈਸ਼ਨਲ ਚਿਲਡਰਨ ਐਮਰਜੈਂਸੀ ਫੰਡ। ਯੂਨਾਈਟਿਡ ਨੇਸ਼ਨ ਇੰਟਰਨੈਸ਼ਨਲ ਚਿਲਡਰਨ ਐਮਰਜੈਂਸੀ ਫੰਡ। ਤਾਂ ਇਹਦੇ ਵਿੱਚ ਚਿਲਡਰਨ ਆ ਗਿਆ, ਤਾਂ ਇਹਦਾ ਆਪਣਾ ਆਨਸਰ ਹੋ ਜਾਊਗਾ ਜੀ ਸੈਕਿੰਡ ਆਪਸ਼ਨ ਯੂਨੀਸੈਫ, ਵੈਰੀ ਇੰਪੋਰਟੈਂਟ। ਠੀਕ ਹੈ, ਤਾਂ ਸੈਕਿੰਡ ਆਪਸ਼ਨ ਦਾ ਕਰੈਕਟ ਆਨਸਰ ਹੈ। ਇਸ ਤੋਂ ਇਲਾਵਾ ਆਪਾਂ ਕੀ ਯਾਦ ਰੱਖਣਾ ਹੈ ਵੀ ਯੂਨੀਸੈਫ ਡੇ ਵੀ ਮਨਾਇਆ ਜਾਂਦਾ। ਯੂਨੀਸੈਫ ਡੇ ਜਿਸ ਦਿਨ ਦੀ ਸਥਾਪਨਾ ਕੀਤੀ ਗਈ ਸੀ ਤਾਂ 11 ਦਸੰਬਰ ਨੂੰ। ਇਹ ਵੀ ਇੰਪੋਰਟੈਂਟ ਕੁਐਸਚਨ ਹੈ, 11 ਦਸੰਬਰ ਨੂੰ ਮਨਾਇਆ ਜਾਂਦਾ ਯੂਨੀਸੈਫ ਡੇ। ਵੀ ਤੁਹਾਨੂੰ ਐਗਜ਼ਾਮ 'ਚ ਪੁੱਛਿਆ ਜਾਂਦਾ। ਠੀਕ ਹੈ ਜੀ। ਇਸ ਤੋਂ ਇਲਾਵਾ ਆਪਾਂ ਨੂੰ ਯੂਨੀਸੈਫ ਦੇ ਹੈੱਡਕੁਆਟਰਸ ਪੁੱਛੇ ਜਾਂਦੇ ਆ, ਵੈਰੀ ਇੰਪੋਰਟੈਂਟ। ਇਹ ਕੁਐਸਚਨ ਤਾਂ PPSC ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ, ਪੰਜਾਬ ਪਟਵਾਰੀ ਹੈ ਨਾ, ਸਾਰੇ ਐਗਜ਼ਾਮ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ। ਤਾਂ ਇਹਦੇ ਹੈੱਡਕੁਆਟਰਸ ਹੈ ਜੀ ਨਿਊਯਾਰਕ। ਐਂਡ ਨਿਊਯਾਰਕ ਕਿੱਥੇ ਹੈ? USA ਦੇ ਵਿੱਚ। ਠੀਕ ਹੈ, ਕਾਫੀ ਇੰਪੋਰਟੈਂਟ। ਬਾਕੀ ਆਪਸ਼ਨਸ ਨੂੰ ਵੀ ਡਿਸਕਸ ਕਰਦੇ ਆ। ਯੂਨੈਸਕੋ ਦੇ ਹੈੱਡਕੁਆਟਰਸ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਪੈਰਿਸ। ਅਤੇ ਪੈਰਿਸ ਕਿਹਦੀ ਕੈਪੀਟਲ ਹੈ ਜੀ? ਫਰਾਂਸ ਦੇ। ਅਤੇ ਪੈਰਿਸ ਆਪਾਂ ਯਾਦ ਕੀਤਾ ਸੀ ਕਿਹੜੀ ਨਦੀ ਦੇ ਕਿਨਾਰੇ ਹੈ? ਸੀਨ ਨਦੀ ਦੇ ਕਿਨਾਰੇ, ਵੀ ਯਾਦ ਰੱਖਣਾ। WHO ਦੀ ਫੁੱਲ ਫੋਰਮ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ। ਅਤੇ ਇਹਦੇ ਹੈੱਡਕੁਆਟਰਸ ਹੈ ਜਨੇਵਾ। ਅਤੇ ਜਨੇਵਾ ਕਿੱਥੇ ਹੈ ਜੀ? ਸਵਿਟਜ਼ਰਲੈਂਡ ਦੇ ਵਿੱਚ ਹੈ। ਠੀਕ ਹੈ, ਉਸੇ ਤਰੀਕੇ ਨਾਲ WTO ਦੇ ਹੈੱਡਕੁਆਟਰਸ ਵੀ ਕਿੱਥੇ ਹੈ? ਜਨੇਵਾ, ਸਵਿਟਜ਼ਰਲੈਂਡ ਦੇ ਵਿੱਚ। WTO ਮੀਨਸ ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਇੱਕ ਸਿੰਪਲ ਜਿਹੀ ਚੀਜ਼ ਮੈਂ ਤੁਹਾਨੂੰ ਦੱਸੀ ਸੀ, ਕੋਈ ਵੀ ਆਰਗੇਨਾਈਜੇਸ਼ਨ ਜਿਹੜੀ W ਤੋਂ ਸ਼ੁਰੂ ਹੈ ਉਹ ਤੋਂ ਖਤਮ ਹੈ, ਉਹਨਾਂ ਦੇ ਹੈੱਡਕੁਆਟਰਸ ਕਿੱਥੇ ਹੋਣਗੇ? ਜਨੇਵਾ, ਸਵਿਟਜ਼ਰਲੈਂਡ। ਸਵਿਟਜ਼ਰਲੈਂਡ ਇਜ਼ ਆਲਸੋ ਨੋਨ ਐਜ਼ ਪਲੇਗਰਾਊਂਡ ਆਫ ਯੂਰਪ ਐਂਡ ਕਸ਼ਮੀਰ ਆਫ ਯੂਰਪ।
स्विट्ज़रलैंड की कैपिटल है जी बर्न, ठीक है, कैपिटल भी याद रखनी है। स्विट्ज़रलैंड की कैपिटल की है बर्न। करेंसी है स्विस फ्रैंक, करेंसी है दी स्विस फ्रैंक। चलो चलते हैं फोर्थ क्वेश्चन ਤੇ। ਇੰਡੀਆ ਇਜ਼ ਨਾਟ ਅ ਮੈਂਬਰ ਆਫ ਵਿਚ ਆਫ ਦ ਫੋਲੋਇੰਗ ਆਰਗੇਨਾਈਜੇਸ਼ਨਸ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀਆਂ ਦੇ ਵਿੱਚੋਂ ਇੰਡੀਆ ਕਿਸੇ ਆਰਗੇਨਾਈਜੇਸ਼ਨ ਦਾ ਮੈਂਬਰ ਨਹੀਂ ਹੈ। ਤਾਂ ਇਹਦਾ ਆਪਣਾ ਕਰੈਕਟ ਆਨਸਰ ਹੈ ਜੀ ਸੈਕੰਡ ਆਪਸ਼ਨ ਏਸੀਆਨ। ਏਸੀਆਨ ਦੀ ਆਪਾਂ ਫੁੱਲ ਫਾਰਮ ਵੀ ਯਾਦ ਰੱਖਣੀ ਹੈ, ਵੈਰੀ ਇੰਪੋਰਟੈਂਟ। ਫੁੱਲ ਫਾਰਮ ਹੈ ਜੀ ਇਹਦੀ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ। ਤਾਂ ਜਿਵੇਂ ਕਿ ਆਪਾਂ ਨੂੰ ਪਤਾ ਵੀ ਇੰਡੀਆ ਇੱਕ ਏਸ਼ੀਅਨ ਕੰਟਰੀ ਹੈ, ਹੈ ਨਾ। ਤਾਂ ਏਸ਼ੀਅਨ ਕੰਟਰੀ ਦੇ ਵਿੱਚ ਹੁੰਦੇ ਹੋਏ ਜੇ ਆਪਾਂ ਏਸ਼ੀਆ ਨੂੰ 4 ਪਾਰਟਸ ਦੇ ਵਿੱਚ ਡਿਵਾਈਡ ਕਰੀਏ ਤਾਂ ਏਸੀਆਨ ਕਿੰਨਾ ਦਾ ਗਰੁੱਪ ਹੈ? ਆ ਸਾਊਥ ਈਸਟ ਕੰਟਰੀਜ਼। ਤਾਂ ਜਿਹੜੇ ਵੀ ਸਾਊਥ ਈਸਟ ਕੰਟਰੀਜ਼ ਆ ਉਹਨਾਂ ਦਾ ਗਰੁੱਪ ਹੈ। ਇਹਦੇ ਵਿੱਚ ਸਾਊਥ ਈਸਟ ਕੰਟਰੀਜ਼ ਮੇਨ ਆ ਜਾਂਦੀਆਂ। ਅਗਲਾ ਕੁਐਸਚਨ ਆਪਾਂ ਨੂੰ ਏਸੀਆਨ ਤੋਂ ਕੀ ਆਊਗਾ ਵੀ ਏਸੀਆਨ ਦੀ ਸਥਾਪਨਾ ਕਦੋਂ ਹੋਈ ਸੀ? ਇਹ ਵੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਪੁਆਇੰਟ ਆਫ ਵਿਊ ਨਾਲ। 1967 ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਸੀ ਏਸੀਆਨ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਯਾਦ ਰੱਖਣੇ ਵੀ ਟੋਟਲ ਕਿੰਨੀਆਂ ਕੰਟਰੀਜ਼ ਇਹਦੀਆਂ ਮੈਂਬਰ ਹੈ? ਤਾਂ ਆਨਸਰ ਹੋ ਜਾਊਗਾ ਜੀ 11 ਕੰਟਰੀਜ਼ ਇਹਦੀਆਂ ਮੈਂਬਰ ਹੈ। ਤੇ ਏਸੀਆਨ ਦੇ ਆਪਾਂ ਹੈੱਡਕੁਆਟਰਸ ਵੀ ਯਾਦ ਰੱਖਣੇ ਆ। ਹੈੱਡਕੁਆਟਰਸ ਹੈ ਜੀ ਇਹਦੇ ਜਕਾਰਤਾ, ਐਂਡ ਜਕਾਰਤਾ ਕਿੱਥੇ ਹੈ ਜੀ? ਇੰਡੋਨੇਸ਼ੀਆ। ਇੰਡੋਨੇਸ਼ੀਆ ਦੀ ਸਭ ਤੋਂ ਵੱਡੀ ਸਿਟੀ ਦਾ ਨਾਮ ਵੀ ਜਕਾਰਤਾ। ਤੇ ਜੇ ਆਪਾਂ ਇੰਡੋਨੇਸ਼ੀਆ ਦੀ ਕੈਪੀਟਲ ਪੁੱਛੀ ਜਾਵੇ ਤਾਂ ਆਪਾਂ ਯਾਦ ਰੱਖਣੀ ਹੈ, ਕਾਫੀ ਇੰਪੋਰਟੈਂਟ ਹੈ ਬਿਕੋਜ਼ ਰੀਸੈਂਟਲੀ ਇਹਨਾਂ ਨੇ ਆਪਣੀ ਕੈਪੀਟਲ ਚੇਂਜ ਕੀਤੀ ਸੀ। ਕੈਪੀਟਲ ਦਾ ਨਾਮ ਹੈ ਜੀ ਈਸਟ ਕਾਲੀਮੰਤਾਨ, ਵੈਰੀ ਇੰਪੋਰਟੈਂਟ। ਈਸਟ ਕਾਲੀਮੰਤਾਨ ਇਜ਼ ਦ ਕੈਪੀਟਲ ਆਫ ਇੰਡੋਨੇਸ਼ੀਆ, ठीक है जी। बाकी ऑप्शंस डिस्कस करते हैं। फर्स्ट ऑप्शन है कॉमनवेल्थ ऑफ नेशंस, वेरी इंपॉर्टेंट। कॉमनवेल्थ ऑफ नेशंस की है? देखो कॉमनवेल्थ कंट्रीज़ तो सुनिया होगा, कॉमनवेल्थ खेडा भी होंगी, गेम्स होंगी हैं। तो कॉमनवेल्थ वो देश ने जो किसी टाइम अंग्रेज़ों के गुलाम होंगे सी, है ना, तो बाद दे विचों आज़ाद हो गए सी। तो जिवें हुण आपां अज पहले स्टार्टिंग तो गल कीती भी यूएसए जिवें अंग्रेज़ों के गुलाम होंदा सी, इंडिया भी है। तो टोटल कॉमनवेल्थ दे विच 54 कंट्रीज़ सीगियां जिहड़ी किसी टाइम अंग्रेज़ों दियां अंडर काम करदियां सी। तो 54 कंट्रीज़ ये मैंबर है कॉमनवेल्थ ऑफ नेशंस दियाँ। अपन ये हैडकुआटर्स पूछे जा सकते हैं। हैडकुआटर्स है जी लंडन, एंड लंडन इज़ द कैपिटल ऑफ यूके, यूनाइटेड किंगडम, ठीक है। ये भी याद रखना है। जिमें कि आप एक टॉपिक पढ़ते होंगे है ना, मैं तुहानूं दसदा भी किसी भी इंपॉर्टेंट कैपिटल सिटी है किहड़ी नदी के किनारे है, तो लंडन भी आप याद रखना है। लंडन है जी थेम्स नदी के किनारे, थेम्स, वेरी इंपॉर्टेंट। देखो तुसीं इंग्लिश दे विच एक ईडियम सुनी होगी, टू सैट थेम्स ऑन फायर। एक ईडियम भी है, कहावत है, मुहावरा है भी एक असंभव काम करना, है ना, एक असाधारण जिहा काम करना। थेम्स ऑन फायर तो उत्थे दा नाम आता। थेम्स एक नदी का नाम है बेसिकली, ठीक है। तो लंडन इहदे किनारे। अगली ऑप्शन नूं देखते हैं, सी ऑप्शन सार्क। इनू सार्क बोलते हैं, साउथ एशियन एसोसीएशन फॉर रीजनल कोऑपरेशन। ये हैडकुआटर्स भी इंपॉर्टेंट है। हैडकुआटर्स है जी ये काठमांडू, काठमांडू। काठमांडू की कैपिटल है नेपाल दी, ठीक है, नेपाल दी। एंड सार्क के टोटल मैंबर अपन पूछ सकते 8 मैंबरस। तो आप याद किया सी पिछली वीडियोज़ के किवें याद किया सी इनू? MBPS पेन तो, है ना। जरूर इनू पिछली वीडियोज़ देख के इनू देख लेना किहड़े किहड़े दे 8 मैंबर है। तो इंडिया भी सार्क का मैंबर है। चलते जी 5th क्वेश्चन पे। लाइफ इंश्योरेंस वॉज नैशनलाइज्ड, वेरी इंपॉर्टेंट क्वेश्चन। अपने इंडिया एक डिपार्टमेंट है LIC, यानी कि लाइफ इंश्योरेंस कॉरपोरेशन ऑफ इंडिया, जो कि हेल्थ पॉलिसीज़ या लाइफ रिलेटेड पॉलिसीज़ अपने करदा डिपार्टमेंट है, जो अपना इंस्टीट्यूट है लाइफ इंश्योरेंस कॉरपोरेशन ऑफ इंडिया, LIC सुनी है आपां। तो LIC के आप बीमे वगैरह भी कराने। तो हैडकुआटर्स है मुंबई, ठीक है। LIC के हैडकुआटर है मुंबई। तो आप दसना भी कदों नैशनलाइज़ की गई सी? नैशनलाइज़ की गई सी 1 सितंबर 1956 के 1 सितंबर 1956 का। सी ऑप्शन इसका करैक्ट आंसर हो जाएगा। टैगलाइन तुसीं इहदी सुनी है जी, जिंदगी के साथ भी जिंदगी के बाद भी, है ना, लाइफ इंश्योरेंस कॉरपोरेशन ऑफ इंडिया। चलते जी नैक्सट क्वेश्चन तो 6 है। पीर पंजाल रेलवे टनल इज़ लोकेटेड इन। ईजली तुसीं इहदा आंसर दे सकते हो। पीर पंजाल रेलवे टनल कित्थे है जी? जम्मू कश्मीर के विच। ये ऑप्शन इसका करैक्ट आंसर है। ये कित्थे है? ये पीर पंजाल रेंज के विच है, रेंज। तो माउंटेन रेंज का नाम की है? पीर पंजाल रेंज, जो कि मिडल हिमालयस के विच लोकेटेड है, मिडल हिमालयस। तो ये भी अपन क्वेश्चन आ सकता है, मिडल हिमालयस के विच लोकेटेड है। तो हिमालयस भी काफ़ी पार्ट्स में डिवाइड किया, लाइक ट्रांस हिमालयस, अपर हिमालयस, मिडल हिमालयस, है ना, लोअर हिमालयस। तो ये कितने लोकेटेड है? मिडल हिमालयस के विच, याद रखना है। बाकी आप कैपिटल्स अपन याद होनी चाहिए। जम्मू एंड कश्मीर की कैपिटल की है जी जम्मू एंड श्रीनगर। हिमाचल प्रदेश की कैपिटल है शिमला। उत्तराखंड की कैपिटल है देहरादून एंड सिक्किम की कैपिटल है गैंगटॉक,
ठीक है, ये जरूर आप याद रखनी है। बाकी आप फेमस चीज़ां आप होर जो पिछली सीरीज़ च पढ़ के आए, आप पढ़िया सी भी उत्तराखंड के आपको क्वेश्चन आऊगा किहड़ियां पीक्स है, उस माउंटेन पीक्स का नाम है नंदा देवी पीक्स। आपको ये पूछ सकते हैं नंदा देवी पीक कितने है उत्तराखंड से, वेरी इंपॉर्टेंट क्वेश्चन है। सिक्किम के किहड़ी है कंचनजंगा, तो कंचनजंगा माउंटेन पीक कितने है सिक्किम के, ठीक है, ये भी याद रखना। 7th क्वेश्चन है जी सांची स्तूप इज़ प्रिंटेड ऑन विच करंसी नोट। सांची स्तूप की है, देखो सांची स्तूप एक बुद्धिस्ट कंपलैक्स है, बुद्धिस्ट कंपलैक्स यानी कि बुद्ध धर्म नाल रिलेटेड आपां नूं जानकारी इत्थों मिलती है सांची स्तूप तो। स्तूप है एक तरह के, जिन्हों किन्ने बनवाया सी, इनू मौर्यन वंश के राजा अशोक ने बनवाया सी, चंड अशोक ने बनवाया सी, काफ़ी इंपॉर्टेंट है कित्थे ये सांची स्तूप, ये मध्य प्रदेश के विच है, भी याद रखना है, मध्य प्रदेश विच लोकेटेड है। तो सांची स्तूप अपने हुण जिहड़े नवे करंसी नोट आया है ना, तो 10 के नोट आए अजकल, 20 के आए, 50 के, 100 के, 200 के एंड 500 के, 2000 के, सारे करंसी नोट्स नवे आए हैं। तो आप सारे डिस्कस कर लें। पहला आप सांची स्तूप देखते हैं। सांची स्तूप बनाया जो अपना 200 रुपये का नोट है ना, 200 रुपये के नोट के पिछे सांची स्तूप बने। तो 50 के नोट के पिछे की बनया जी, 50 के नोट के पिछे बने हम्पी रथ टैंपल्स। 100 के नोट के पिछे बने रानी की वाव जो कि गुजरात च है। 500 के नोट के पिछे बने रेड फोर्ट लाल किला, ठीक है। उस तरीके नाल जिहड़ा 10 का नोट है वो पिछे बने कोणार्क सन टैंपल सूर्य मंदिर है, ये बारे भी आप आगे डिस्कस करांगे क्वेश्चन। 2000 का जिहड़ा नोट है वो पिछे बने मंगलयान, वेरी इंपॉर्टेंट, ये भी याद रखना है। मार्स ऑर्बिटल मिशन इंडिया का MOM मार्स ऑर्बिटल मिशन मंगलयान बने। तो एक रह गया अपना 20 का नोट, ये पिछे बने एलोरा केव्स, ये भी काफ़ी इंपॉर्टेंट है, यूनेस्को वर्ल्ड हैरीटेज साइट है, महाराष्ट्र के विच है एलोरा केव्स, वेरी इंपॉर्टेंट, ठीक है। सारे तुसी याद रखने है ना। नोट आप खर्चते तो बहुत हाँ, वारते भी बहुत आ पंजाब च, तो पर आप ये भी याद रखना भी टोटल ये पिछे मतलब सारे करंसी नोट के पिछे इनू मोटिव बोलिया जाता है। मोटिव की इन्हों का, ठीक है, मोटिव सारे मैं तुहानूं दसते, याद रखना। चलते जी 8th क्वेश्चन ते विच नैशनल मोन्यूमेंट इज़ प्रिंटेड ऑन ₹10 करंसी नोट। तो ये आप हुणे डिस्कस किया, 10 रुपये के नोट के पिछे कोणार्क सन टैंपल बने, वेरी इंपॉर्टेंट। देखो सूर्य मंदिर है ये कोणार्क सन टैंपल। इस तरीके होर बहुत इंपॉर्टेंट क्वेश्चन आऊगा, एक्साइज के पेपर भी क्वेश्चन पूछा गया सी। इनू होर की बोलते ब्लैक पगोड़ा भी इनू बोलिया जाता, बिकॉज ऑफ इट्स ब्लैक कलर या ब्लैक स्टोनस, तो ब्लैक पगोड़ा भी इनू बोलिया जाता, ठीक है, काफ़ी इंपॉर्टेंट है। कोणार्क सन टैंपल है कितने है, स्टेट भी आप याद रखनी है उड़ीसा च है। तो अपना एक अगला टॉपिक इस चो कवर हो रहा है, टॉपिक का नाम है जी टैंपल्स इन इंडिया। तो फेमस टैंपल्स है ना, मंदिर तो नहीं कहेंगे, सारे बैंक ही है, सारे बहुत पैसा बहुत चढ़ावा इन्हों चढ़ता है रोज़ ही, है ना। तो एक तरह के बैंक ही है इंडिया के। तो कोणार्क सन टैंपल कितने है जी, उड़ीसा के विच, काफ़ी इंपॉर्टेंट है। तो इन्हों ब्लैक पगोड़ा भी बोलिया जाता है। इस तो इलावा एक क्वेश्चन अपन होर आ जाए, किहड़े मंदिर नूं गोल्डन पगोड़ा बोलिया जाता, गोल्डन पगोड़ा किहड़े मंदिर नूं बोलिया जाता, उस मंदिर का नाम है जी अंगकोर वाट टैंपल। तो अंगकोर वाट टैंपल कितने है, कंट्री का नाम है जी, इंडिया तो बाहर है, कंट्री का नाम है कंबोडिया, मतलब इंडिया च नहीं, आप याद रखना है कितने है, कंबोडिया के विच। ते कंबोडिया की कैपिटल है फिनोम पेन, ये भी काफ़ी इंपॉर्टेंट है, फिनोम पेन इज़ द कैपिटल ऑफ कंबोडिया। काफ़ी ज़्यादा सरकारी छुट्टियां होंदियां इत्थे कंबोडिया दे विच, ठीक है, घूम के आइयो, कंट्री काफ़ी अच्छी है। दैन ठीक है जी, याद रखना है। आप हमने रिवाइज़ किया सी, हम्पी कितने बने 50 रुपये के नोट के पिछे, है ना। रेड फोर्ट कितने बने 500 रुपये के नोट के पिछे। सांची स्तूप बने 200 के नोट के पिछे। कोणार्क सन टैंपल हो गया 10 के नोट के पिछे। चलो चलते जी अपने अगले क्वेश्चन ते। 9th क्वेश्चन है टिपिकल एग्जाम्पल ऑफ सैमी कंडक्टर इस। देखो कंडक्टर आप पढ़े से पिछली सीरीज, कंडक्टर वो चीज़ां होंदियां जो अपने दे विचों इलैक्ट्रिसिटी नूं पास करन दे दिंदियां। तो दूसरे होंदे इंसूलेटर वो चीज़ां होंदियां, साइंस का क्वेश्चन है, जो अपने दे विचों इलैक्ट्रिसिटी नूं पास करन नहीं दिंदियां। तो सैमी कंडक्टर वो चीज़ होंदी है जो कि है थोड़ा बहुत इलैक्ट्रिसिटी नूं पास करन, यानी कि ये ना तो प्रॉपर तरीके नाल कंडक्टर्स होंदे ना प्रॉपर तरीके नाल इंसूलेटर्स होंदे हैं। यानी कि कुछ कंडीशनस दे विच अपने विचों इलैक्ट्रिसिटी नूं पास करन दे दिंदे, कुछ कंडीशन नहीं देंगे। तो सारी अवेलेबल ऑप्शनस के विचों सैकेंड ऑप्शन करैक्ट आंसर है जर्मीनियम हो गया, सिलिकॉन हो गया, ये दोनों काफ़ी इंपॉर्टेंट सैमी कंडक्टर्स है
ਇਹ ਨੋਰਮਲੀ ਜਿਹੜੇ ਸੋਲਰ ਸੈਲਸ ਵਗੈਰਾ ਹੁੰਦੇ ਨੇ ਉਹਨਾਂ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ, ਤਾਂ ਇੰਪੋਰਟੈਂਟ ਹੈ ਜੀ। ਤੇ ਮਾਈਕਾ ਤੇ ਆਪਾਂ ਨੂੰ ਕੁਐਸਚਨ ਇਹ ਸਪੈਸ਼ਲੀ ਪੁੱਛਿਆ ਜਾਂਦਾ, ਮਾਈਕਾ ਕੀ ਇੱਕ ਇਨਸੂਲੇਟਰ ਹੈ, ਇਹ ਵੀ ਯਾਦ ਰੱਖਣਾ। ਇੰਪੋਰਟੈਂਟ ਇਨਸੂਲੇਟਰ ਹੈ ਜੋ ਆਪਣੇ ਵਿੱਚੋਂ ਇਲੈਕਟ੍ਰਿਸਿਟੀ ਨੂੰ ਪਾਸ ਕਰਨ ਨਹੀਂ ਦਿੰਦਾ, ਤਾਂ ਮਾਈਕਾ ਕੀ ਇੱਕ ਇਨਸੂਲੇਟਰ ਹੈ। ਚਲਦੇ ਜੀ ਸੀਰੀਜ਼ ਦੇ ਆਪਣੇ ਲਾਸਟ ਕੁਐਸਚਨ ਤੇ। ਦ ਵੈਲੋਸਿਟੀ ਆਫ ਲਾਈਟ ਇਜ਼ ਮੈਕਸਿਮਮ ਇਨ, ਜੋ ਆਪਾਂ ਲਾਈਟ ਹੈ ਵੈਲੋਸਿਟੀ ਜੋ ਕੀ ਹੈ ਉਹ ਮੈਕਸਿਮਮ ਕਿਹਦੇ ਵਿੱਚ ਹੁੰਦੀ ਹੈ, ਵੈਕਿਊਮ 'ਚ ਹੁੰਦੀ ਹੈ। ਦੇਖੋ ਵੈਕਿਊਮ ਇੱਕ ਉਹ ਕੰਡੀਸ਼ਨ ਹੈ ਜਦੋਂ ਕੋਈ ਚੀਜ਼ ਏਅਰ ਤੋਂ ਬਗੈਰ ਹੁੰਦੀ ਹੈ, ਹੈ ਨਾ। ਮੰਨ ਲਓ ਆਪਣਾ ਇੱਕ ਰੂਮ ਹੈ, ਜੇ ਰੂਮ ਦੇ ਵਿੱਚੋਂ ਆਪਾਂ ਸਾਰੀ ਏਅਰ ਨੂੰ ਨਿਕਾਲ ਦਈਏ ਤਾਂ ਉਹ ਕਿਹੜੀ ਸਿਚੁਏਸ਼ਨ ਹੋ ਜਾਊਗਾ, ਵੈਕਿਊਮ ਹੋ ਜਾਊਗਾ। ਯਾਨੀ ਕਿ ਜਿੱਥੇ ਏਅਰ ਵੀ ਨਹੀਂ ਪ੍ਰੈਜ਼ੈਂਟ ਹੁੰਦੀ, ਹਵਾ ਵੀ ਨਹੀਂ ਹੁੰਦੀ, ਉਹਨੂੰ ਵੈਕਿਊਮ ਬੋਲਿਆ ਜਾਂਦਾ। ਤਾਂ ਵੈਕਿਊਮ ਦੇ ਵਿੱਚ ਵੈਲੋਸਿਟੀ ਆਫ ਲਾਈਟ ਕੀ ਹੁੰਦੀ ਹੈ, ਮੈਕਸਿਮਮ ਹੁੰਦੀ ਹੈ। ਠੀਕ ਹੈ, ਬਾਕੀ ਆਪਸ਼ਨਸ ਨੂੰ ਆਪਾਂ ਡਿਸਕਸ ਕਰਦੇ ਹਾਂ। ਡਾਇਮੰਡ 'ਤੇ ਤੁਹਾਨੂੰ ਕੁਐਸਚਨ ਆਊਗਾ, ਡਾਇਮੰਡ ਇਜ਼ ਦਾ ਹਾਰਡੈਸਟ ਫਾਰਮ ਆਫ ਕਾਰਬਨ। ਇੱਦਾਂ ਕੁਐਸਚਨ ਆਊਗਾ ਸਾਇੰਸ ਦੇ ਵਿੱਚ। ਕੁਐਸਚਨ ਕੀ ਆਊਗਾ, ਵਟ ਇਜ਼ ਦਾ ਹਾਰਡੈਸਟ ਫਾਰਮ ਆਫ ਕਾਰਬਨ। ਤਾਂ ਕਾਰਬਨ ਦੀ ਸਭ ਤੋਂ ਹਾਰਡੈਸਟ ਫਾਰਮ ਕਿਹੜੀ ਹੁੰਦੀ ਹੈ, ਤਾਂ ਆਨਸਰ ਹੈ ਡਾਇਮੰਡ। ਠੀਕ ਹੈ, ਵਾਟਰ ਕੀ ਹੁੰਦਾ, ਪਾਣੀ। ਪਾਣੀ ਆਪਾਂ ਪੀਂਦੇ ਹਾਂ ਜੀ, ਪਾਣੀ ਦਾ ਫਾਰਮੂਲਾ ਕੀ ਹੁੰਦਾ, H2। ਤੁਹਾਨੂੰ ਕੁਐਸਚਨ ਆਊਗਾ ਐਗਜ਼ਾਮ ਦੇ ਵਿੱਚ D2O ਕੀ ਹੁੰਦਾ, ਵੈਰੀ ਇੰਪੋਰਟੈਂਟ। D2O ਹੁੰਦਾ, ਇਹਨੂੰ ਆਪਾਂ ਬੋਲਦੇ ਹਾਂ ਹੈਵੀ ਵਾਟਰ, ਵੈਰੀ ਇੰਪੋਰਟੈਂਟ। ਹੈਵੀ ਵਾਟਰ ਐਂਡ ਹੈਵੀ ਵਾਟਰ ਇਜ਼ ਯੂਜ਼ਡ ਇਨ ਨਿਊਕਲੀਅਰ ਰਿਐਕਟਰਸ। ਜੋ ਨਿਊਕਲੀਅਰ ਪਾਵਰ ਪਲਾਂਟਸ ਹੁੰਦੇ, ਨਿਊਕਲੀਅਰ ਰਿਐਕਟਰਸ ਵਿੱਚ ਯੂਜ਼ ਹੁੰਦਾ ਹੈਵੀ ਵਾਟਰ ਐਜ਼ ਏ ਮੋਡਰੇਟਰ। ਠੀਕ ਹੈ, ਵੈਕਿਊਮ ਨੂੰ ਆਪਾਂ ਡਿਸਕਸ ਕਰ ਹੀ ਲਿਆ। ਗਲਾਸ ਕੀ ਹੁੰਦਾ, ਕੰਚ ਨੂੰ ਗਲਾਸ ਬੋਲਿਆ ਜਾਂਦਾ। ਠੀਕ ਹੈ, ਚਲੋ ਤਾਂ ਇਹ ਸੀ ਆਪਣੇ ਬੈਸਟ ਕੁਐਸਚਨ ਪਾਰਟ 16 ਦੇ, ਹੈ ਨਾ। ਤਾਂ ਆਈ ਹੋਪ ਤੁਸੀਂ ਇਹਨਾਂ ਕੁਐਸਚਨਸ ਨੂੰ ਚੰਗੇ ਤਰੀਕੇ ਨਾਲ ਯਾਦ ਕਰ ਰਹੇ ਹੋ, ਹੈ ਨਾ। ਪਟਵਾਰੀ ਜਲਦੀ ਹੀ ਆਊਟ ਹੋ ਸਕਦਾ। ਤਾਂ ਤੁਸੀਂ ਦੇਖੋ ਕੀ ਕਰਨਾ ਹੈ, ਤੁਸੀਂ ਹੁਣ ਜੇ ਤੁਸੀਂ ਆਪਣੇ ਹੁਣ ਜਿੰਨੀ ਕਿ ਤੁਹਾਡੀ ਤਿਆਰੀ ਹੋ ਚੁੱਕੀ ਹੈ, ਹੈ ਨਾ, ਜੋ ਵੀ ਤੁਸੀਂ ਆਪਣੀ ਤਿਆਰੀ ਨੂੰ, ਜੇ ਤੁਸੀਂ ਮੰਨ ਲਓ ਆਪਣੀ ਤਿਆਰੀ ਨੂੰ ਚੈੱਕ ਕਰਨਾ ਹੈ ਤਾਂ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ। ਐਪ ਦਾ ਨਾਮ ਹੈ CBC ਐਗਜ਼ਾਮ ਗੁਰੂ ਐਪ। ਜਲਦ ਹੀ CBC ਐਗਜ਼ਾਮ ਗੁਰੂ ਐਪ 'ਤੇ ਫ੍ਰੀ ਕੁਇਜ਼ਿਸ, ਤਾਂ ਤੁਸੀਂ ਫ੍ਰੀ ਕੁਇਜ਼ਿਸ ਲਗਾ ਸਕਦੇ ਹੋ। ਫ੍ਰੀ ਕੁਇਜ਼ਿਸ ਕਿਵੇਂ ਲਗਾ ਸਕਦੇ ਹੋ, ਉਹ ਸਾਰੀ ਵੀਡੀਓ ਤੁਹਾਨੂੰ ਜਲਦੀ ਸ਼ੋਅ ਕਰ ਦਿੱਤੀ ਜਾਊਗੀ, ਹੈ ਨਾ। ਤੁਸੀਂ ਸਿੰਪਲੀ ਕੀ ਕਰਨਾ ਹੈ, CBC ਐਗਜ਼ਾਮ ਗੁਰੂ ਐਪ ਨੂੰ ਡਾਊਨਲੋਡ ਕਰਨਾ ਹੈ ਨਾ। ਉਸ ਤੋਂ ਬਾਅਦ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਇੱਕ ਆਪਸ਼ਨ ਮਿਲੂਗੀ ਫ੍ਰੀ ਕੁਇਜ਼ਿਸ ਲਗਾਉਣ ਦੀ, ਹੈ ਨਾ। ਉਹ ਤੁਹਾਨੂੰ ਐਪ ਖੋਲ੍ਹ ਕੇ ਪਤਾ ਚੱਲ ਜੂਗਾ, ਉਹ ਸਾਰਾ ਤਰੀਕਾ ਤੁਹਾਨੂੰ ਦੱਸ ਦੇਵਾਂਗੇ। ਤਾਂ CBC ਐਗਜ਼ਾਮ ਗੁਰੂ ਐਪ ਤੋਂ ਤੁਸੀਂ ਫ੍ਰੀ ਕੁਇਜ਼ਿਸ ਲਗਾ ਸਕਦੇ ਹੋ, ਅਤੇ ਪਟਵਾਰੀ ਜਾਂ ਫਿਰ ਕਿਸੇ ਵੀ ਪੰਜਾਬ ਐਗਜ਼ਾਮ ਦੀ ਪ੍ਰੈਪਰੇਸ਼ਨ ਲਈ ਤੁਸੀਂ ਇਹ ਸਾਰੇ ਕੁਇਜ਼ਿਸ ਲਗਾ ਕੇ ਆਪਣੀ ਤਿਆਰੀ ਨੂੰ ਹੋਰ ਜ਼ਿਆਦਾ ਅੱਛੀ ਕਰ ਸਕਦੇ ਹੋ, ਹੈ ਨਾ। ਤਾਂ ਅਤੇ ਬਾਕੀ ਜੋ ਤੁਸੀਂ ਮੈਨੂੰ ਡਿਮਾਂਡ ਕੀਤੀ ਸੀ ਇੱਕ ਵੀ ਤੁਸੀਂ ਉਹ ਜੋ ਸਾਰੇ ਤੁਸੀਂ ਆਪਣੀ ਮੇਰੀ ਸੀਰੀਜ਼ ਦੇਖ ਰਹੇ ਹੋ ਉਹਦੇ ਨਾਲ ਰਿਲੇਟਡ PDFs ਹੋ ਗਈ, ਹੈ ਨਾ। ਤਾਂ ਜਿਹੜੇ ਆਪਣੇ 16-15 ਪਾਰਟ ਹਾਲੇ ਤੱਕ ਮੈਂ ਜਿਹੜੇ ਅਪਲੋਡ ਕੀਤੇ ਹੈ, ਉਹਨਾਂ ਸਾਰਿਆਂ ਦੀ PDF ਵੀ ਤੁਹਾਨੂੰ ਲਿੰਕ ਦੇ ਵਿੱਚ ਮਿਲ ਜੂਗੀ। ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ, ਉਹਦੇ ਵਿੱਚ ਤੁਹਾਨੂੰ ਸਾਰੇ PDFs ਮਿਲ ਜਾਣਗੀਆਂ। ਠੀਕ ਹੈ, ਤਾਂ ਉਸੇ ਤਰੀਕੇ ਨਾਲ ਤੁਸੀਂ ਉੱਥੇ ਆਪਣੀ ਟੈਸਟ ਵਗੈਰਾ ਵੀ ਲਗਾ ਸਕਦੇ ਹੋ, ਵੀ ਜੋ ਤੁਸੀਂ ਹੁਣ ਸੀਰੀਜ਼ ਦੇਖੀਆਂ, ਹੈ ਨਾ, ਉਸ ਤੋਂ ਬਾਅਦ ਤੁਹਾਨੂੰ ਕਿੰਨੀਆਂ ਕੁ ਯਾਦ ਹੈ, ਤੁਸੀਂ ਉੱਥੋਂ ਟੈਸਟ ਵੀ ਲਗਾ ਸਕਦੇ ਹੋ, ਹੈ ਨਾ। ਤਾਂ ਮਿਲਦੇ ਹਾਂ ਜੀ ਆਪਣੀ ਨੈਕਸਟ ਵੀਡੀਓ ਦੇ ਵਿੱਚ, ਹੈ ਨਾ। ਥੈਂਕ ਯੂ।